ਅਰੋੜਾ ਸਾਹਿਬ, ਜਿਵੇਂ ਤੁਹਾਨੂੰ ਪਤਾ ਹੈ ਇਸ ਵੇਲੇ ਤੁਹਾਡੀ ਜਿਹੜੀ ਪਾਰਟੀ ਹੈ ਉਹ ਦਿੱਲੀ ਦੇ ਵਿੱਚ ਰਾਜ ਕਰਦੀ ਹੈ। ਇਸ ਵੇਲੇ ਸਭ ਤੋਂ ਵੱਧ ਜਿਹੜਾ ਪ੍ਰਭਾਵਿਤ ਏਰੀਆ ਉਹ ਇੰਡੀਆ ਵਿੱਚ ਦਿੱਲੀ ਮੰਨਿਆ ਜਾ ਰਿਹਾ, ਤੇ ਇਹ ਵੀ ਮੰਨਿਆ ਜਾਂਦਾ ਸੀ ਵੀ ਦਿੱਲੀ ਦੇ ਸੀਐਮ ਬਹੁਤ ਜ਼ਿਆਦਾ ਵਧੀਆ ਕੰਮ ਕਰਦੇ ਆ, ਪਰ ਇਹ ਹਾਲਾਤ ਬਣ ਗਏ ਹੁਣ ਉੱਥੋਂ ਜਿਹੜੇ ਬਣੇ ਹੋਏ ਆ। ਤੁਸੀਂ ਇਹਦੇ ਲਈ ਜ਼ਿੰਮੇਵਾਰ ਮੰਨਦੇ ਹੋ ਵੀ ਇੰਨੀ ਉਮੀਦ ਨਹੀਂ ਸੀ ਸੀਐਮ ਸਾਹਿਬ ਨੂੰ, ਜਾਂ ਫਿਰ ਤੁਸੀਂ ਇਹਦਾ ਵੀ ਦੋਸ਼ ਭਾਰਤ ਸਰਕਾਰ ਨੂੰ ਮੰਨਦੇ ਹੋ ਵੀ ਉਹਨਾਂ ਨੇ ਪੂਰੀ ਤਰ੍ਹਾਂ ਹੈਲਪ ਨਹੀਂ ਕੀਤੀ? ਹਾਂ, ਡੈਫੀਨੇਟਲੀ ਇਹ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਦਿੱਲੀ ਦੇ ਵਿੱਚ ਜਿਹੜਾ ਹੈਗਾ ਮਹਾਮਾਰੀ ਵੱਡੇ ਪੱਧਰ ਦੇ ਉੱਪਰ ਫੈਲੀ ਹੋ, ਪਰ ਉਹ ਇਕੱਲੇ ਦਿੱਲੀ ਤੱਕ ਸੀਮਿਤ ਨਹੀਂ ਹੈ ਜੀ। ਵੀ ਜਿਵੇਂ ਆਮ ਕਰਕੇ ਇੱਕ ਦੋਸ਼ ਇਹ ਵੀ ਲੱਗਦਾ ਵੀ ਜਿਹੜਾ ਭਾਰਤ ਆਕਸੀਜਨ ਦਾ ਸਭ ਤੋਂ ਵੱਡਾ ਵਿਦੇਸ਼ਾਂ ਨੂੰ ਸਪਲਾਇਰ ਮੰਨਿਆ ਗਿਆ, ਵੀ ਇਹਦੀ ਆਕਸੀਜਨ ਸਪਲਾਈ ਕਰਦੇ ਰਹੇ, ਅੱਜ ਉੱਥੇ ਹੀ ਬਹੁਤ ਵੱਡੀ ਘਾਟ ਮਹਿਸੂਸ ਹੋ ਰਹੀ ਹੈ, ਖਾਸ ਕਰਕੇ ਦਿੱਲੀ। ਇਹਦੇ ਵਿੱਚ ਤੁਸੀਂ ਮੰਨਦੇ ਹੋ ਕਿ ਡਿਸਕ੍ਰਿਮੀਨੇਸ਼ਨ ਵੀ ਹੋ ਰਹੀ ਹੈ? ਜਿਹੜੀਆਂ ਹੁਣ ਤੁਸੀਂ ਆਕਸੀਜਨ ਦੀ ਗੱਲ ਕੀਤੀ, ਪਿਛਲੇ ਸਮੇਂ ਦੇ ਵਿੱਚ ਇਹ ਕਹਿ ਕੇ ਕਿ ਅਸੀਂ ਤਾਂ ਜੀ ਫਤਿਹ ਕਰ ਲਿਆ ਕਰੋਨਾ ਨੂੰ, ਆਕਸੀਜਨ ਐਕਸਪੋਰਟ ਕਰਤੀ ਬਾਹਰਲੇ ਮੁਲਕਾਂ ਨੂੰ, ਤਕਰੀਬਨ 7 ਕਰੋੜ ਦੇ ਕਰੀਬ ਵੈਕਸੀਨੇਸ਼ਨ ਹੈ ਜਿਹੜੀ ਉਹ ਐਕਸਪੋਰਟ ਕਰਤੀ। ਤੁਸੀਂ ਆਪਦੇ ਮੁਲਕ ਦੇ ਵਿੱਚ ਤਾਂ ਸਿਰਫ ਆਪਦੀ ਇੰਟਰਨੈਸ਼ਨਲ ਬ੍ਰਾਂਡ ਬਿਲਡਿੰਗ ਵਾਸਤੇ ਜੇ ਮੋਦੀ ਸਾਹਿਬ ਇਹ ਕਰਨਗੇ ਤੇ ਉਹ ਜਸਟੀਫਾਈਡ ਜਾਇਜ਼ ਤਾਂ ਨਹੀਂ ਨਾ ਹੈ ਜੀ। ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਤਾਂ ਆਪਦੇ ਲੋਕਾਂ ਨੂੰ ਬਚਾਓ, ਬਾਕੀ ਬਾਅਦ ਦੇ ਵਿੱਚ। ਜਦੋਂ ਅਮਰੀਕਾ ਦੇ ਵਿੱਚ ਕ੍ਰਾਈਸਿਸ ਆਇਆ ਤਾਂ ਇੱਥੇ ਪਾਲਿਸੀ ਹੈ ਜਿਹੜੀ ਉਹ ਅਮਰੀਕਾ ਫਸਟ ਤੇ ਅਮਰੀਕਨ ਫਸਟ ਦੀ ਬਣ ਜਾਂਦੀ ਹੈ, ਤੇ ਉੱਥੇ ਮੋਦੀ ਸਾਹਿਬ ਆਪਦੀ ਇੰਟਰਨੈਸ਼ਨਲ ਬ੍ਰਾਂਡ ਬਿਲਡਿੰਗ ਦੇ ਲਈ ਆਪਦੇ ਲੋਕਾਂ ਨੂੰ, ਭਾਰਤੀਆਂ ਨੂੰ ਉੱਥੇ ਰਿਸਕ ਦੇ ਵਿੱਚ ਪਾ ਕੇ ਇਸ ਤਰੀਕੇ ਦਾ ਕੰਮ ਕਰਨਗੇ। ਤੇ ਮੈਂ ਸਮਝਦਾ ਕਿ ਉਹੀ ਹਾਲਾਤ ਨੇ ਜੋ ਅੱਜ ਬਣੇ ਹੋਏ ਨੇ। ਤੁਹਾਡੇ ਤੇ ਇੱਕ ਸਵਾਲ ਵੀ ਉੱਠ ਸਕਦਾ ਹੈ ਵੀ ਜਿਵੇਂ ਇਸ ਵੇਲੇ ਭਾਰਤ ਦੇ ਵਿੱਚ ਕਰੋਨਾ ਦੀ ਮਹਾਮਾਰੀ ਆਈ ਹੋਈ ਹੈ, ਇਹਦੇ ਵਿੱਚ ਪੰਜਾਬ ਵੀ ਸ਼ਾਮਲ ਹੈ, ਵੀ ਤੁਸੀਂ ਅਮਰੀਕਾ ਦੇ ਦੌਰੇ 'ਤੇ ਹੋ, ਵੀ ਇਹ ਤਾਂ ਨਹੀਂ ਹੈ ਵੀ ਤੁਸੀਂ ਕਰੋਨਾ ਤੋਂ ਡਰਦੇ ਹੋਏ ਇੱਥੇ ਪਹੁੰਚੇ? ਪਹਿਲਾਂ ਦੋਸ਼ੀ ਇਕੱਲੇ ਉਹ ਸੀਗੇ ਜਿਨ੍ਹਾਂ ਦੇ ਰਾਜ ਭਾਗ ਦੇ ਵਿੱਚ, ਜਿਨ੍ਹਾਂ ਦੇ ਇਸ਼ਾਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਗੁਰੂ ਗ੍ਰੰਥ ਸਾਹਿਬ ਦੇ ਅੰਗ ਨੇ ਜਿਹੜੇ ਉਹ ਸੜਕਾਂ ਦੇ ਔਰ ਰੂੜੀਆਂ ਦੇ ਉੱਪਰ ਰੋਲੇ ਗਏ। ਸਭ ਤੋਂ ਵੱਡੇ ਦੋਸ਼ੀ ਤਾਂ ਉਹ ਨੇ। ਨਾਲ ਹੀ ਉਹਨਾਂ ਨੇ ਆਪਦੇ ਪਾਪਾਂ ਨੂੰ ਢੱਕਣ ਦੇ ਮਾਰੇ ਵਿਦੋਸ਼ੀਆਂ ਦੇ ਉੱਪਰ ਗੋਲੀਆਂ ਚਲਵਾਈਆਂ। ਸਭ ਤੋਂ ਵੱਡੇ ਦੋਸ਼ੀ ਉਹ ਨੇ। ਪਰ ਉਹ ਅੱਜ ਨਹੀਂ, ਉਹ ਤਾਂ ਦੇਖੋ ਜੀ, ਜਿਹਦੀ ਸਰਕਾਰ ਹੋਊਗੀ ਜ਼ਿੰਮੇਵਾਰੀ ਤਾਂ ਉਸੇ ਦੀ ਹੀ ਬਣੂਗੀ। ਦੂਜੇ ਉਹਨਾਂ ਤੋਂ ਵੀ ਵੱਡੇ ਦੋਸ਼ੀ ਉਹ ਨੇ ਜਿਨ੍ਹਾਂ ਨੇ ਗੁਟਕਾ ਸਾਹਿਬ ਨੂੰ ਮੱਥੇ ਦੇ ਉੱਪਰ ਲਾ ਕੇ ਸਹੁੰ ਖਾਧੀ ਸੀਗੀ ਕਿ ਮੈਂ ਬੇਅਦਬੀ ਦੇ ਦੋਸ਼ੀਆਂ ਨੂੰ ਫੜ ਕੇ ਅੰਦਰ ਬੰਦ ਕਰ ਦੂੰਗਾ 4 ਹਫ਼ਤਿਆਂ ਦੇ ਵਿੱਚ। ਤੇ ਅੱਜ 4.5 ਸਾਲਾਂ ਬਾਅਦ ਜੇ ਉਹਨਾਂ ਨੇ ਡੱਕਾ ਨਹੀਂ ਤੋੜਿਆ ਹੈਗਾ ਸਿਰਫ ਔਰ ਸਿਰਫ ਇੱਕ ਫਿਕਸਡ ਮੈਚ ਦੇ ਤਹਿਤ, ਤੇ ਉਹ ਅੱਜ ਉਹਨਾਂ ਨਾਲੋਂ ਵੀ ਵੱਡੇ ਦੋਸ਼ੀ ਨੇ ਕੈਪਟਨ ਅਮਰਿੰਦਰ ਸਿੰਘ ਜੀ ਤੇ ਉਹਨਾਂ ਦੀ ਸਰਕਾਰ। ਪਹਿਲੇ ਅਕਾਲੀਆਂ ਨੇ, ਫਿਰ ਕਾਂਗਰਸ ਨੇ। ਜੇ ਮਤਲਬ ਫਿਊਚਰ ਵਿੱਚ ਤੁਹਾਡੀ ਸਰਕਾਰ ਆਉਂਦੀ ਹੈ, ਕੀ ਤੁਸੀਂ ਅੱਜ ਮੀਡੀਆ ਦੇ ਸਾਹਮਣੇ ਪ੍ਰੋਮਿਸ ਕਰਦੇ ਹੋ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ ਦਾ ਜਿਹੜਾ ਪੂਰਨ ਰੂਪ ਦੇ ਵਿੱਚ ਹੱਲ ਕੀਤਾ ਜਾਵੇਗਾ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦਵਾਈ ਜਾਵੇਗੀ? ਆਮ ਆਦਮੀ ਪਾਰਟੀ ਇਸ ਗੱਲ ਦੇ ਲਈ ਕਮਿਟਡ ਹੈ। ਪੰਜਾਬੀ ਲੋਕ ਚੈਨਲ ਤੋਂ ਮੈਂ ਹਰਪਾਲ ਸਿੰਘ ਸੋਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ। ਅੱਜ ਸਾਡੇ ਵਿਚਕਾਰ ਅਮਰੀਕਾ ਵਿਖੇ ਵਿਸ਼ੇਸ਼ ਦੌਰੇ 'ਤੇ ਆਏ ਹੋਏ ਨੇ ਅਮਨ ਅਰੋੜਾ ਜੀ, ਆਮ ਆਦਮੀ ਪਾਰਟੀ ਦੇ ਸੁਨਾਮ ਤੋਂ MLA ਨੇ। ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵਿਸ਼ੇਸ਼ ਤੌਰ 'ਤੇ, ਜਿਵੇਂ ਇਸ ਵੇਲੇ ਭਾਰਤ ਦੇ ਵਿੱਚ ਕਰੋਨਾ ਦੀ ਸੁਨਾਮੀ ਆਈ ਹੋਈ ਹੈ। ਪੰਜਾਬ ਦੇ ਵਿੱਚ ਇੱਕ ਮਸਲਾ ਚੱਲਦਾ ਪਿਆ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ, ਬਹੁਤ ਮਸਲਾ ਜਿਹੜਾ ਭਖਿਆ ਹੈ, ਉਸ ਬਾਰੇ ਵੀ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਵੀ ਇਹਨਾਂ ਦੀ ਕੀ ਰਾਏ ਹੈ। ਹਾਂਜੀ ਅਰੋੜਾ ਸਾਹਿਬ, ਤੁਹਾਡਾ ਸਵਾਗਤ ਹੈ ਪੰਜਾਬੀ ਲੋਕ ਚੈਨਲ ਵਿੱਚ ਜੀ। ਮਿਹਰਬਾਨੀ ਹਰਪਾਲ ਜੀ, ਤੁਹਾਡੇ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾਵਾਂ ਦੇ ਵਿੱਚ ਰੱਖੇ ਜੀ। ਹਾਂਜੀ ਅਰੋੜਾ ਸਾਹਿਬ, ਜਿਵੇਂ ਤੁਹਾਨੂੰ ਪਤਾ ਹੈ ਇਸ ਵੇਲੇ ਤੁਹਾਡੀ ਜਿਹੜੀ ਪਾਰਟੀ ਹੈ ਉਹ ਦਿੱਲੀ ਦੇ ਵਿੱਚ ਰਾਜ ਕਰਦੀ ਹੈ। ਇਸ ਵੇਲੇ ਸਭ ਤੋਂ ਵੱਧ ਜਿਹੜਾ ਪ੍ਰਭਾਵਿਤ ਏਰੀਆ ਉਹ ਇੰਡੀਆ ਵਿੱਚ ਦਿੱਲੀ ਮੰਨਿਆ ਜਾ ਰਿਹਾ, ਤੇ ਇਹ ਵੀ ਮੰਨਿਆ ਜਾਂਦਾ ਸੀ ਵੀ ਦਿੱਲੀ ਦੇ ਸੀਐਮ ਬਹੁਤ ਜ਼ਿਆਦਾ ਵਧੀਆ ਕੰਮ ਕਰਦੇ ਆ, ਪਰ ਇਹ ਹਾਲਾਤ ਬਣ ਗਏ ਹੁਣ ਉੱਥੋਂ ਜਿਹੜੇ ਬਣੇ ਹੋਏ ਆ। ਤੁਸੀਂ ਇਹਦੇ ਲਈ ਜ਼ਿੰਮੇਵਾਰ ਮੰਨਦੇ ਹੋ ਵੀ ਇੰਨੀ ਉਮੀਦ ਨਹੀਂ ਸੀ ਸੀਐਮ ਸਾਹਿਬ ਨੂੰ, ਜਾਂ ਫਿਰ ਤੁਸੀਂ ਇਹਦਾ ਵੀ ਦੋਸ਼ ਭਾਰਤ ਸਰਕਾਰ ਨੂੰ ਮੰਨਦੇ ਹੋ ਵੀ ਉਹਨਾਂ ਨੇ ਪੂਰੀ ਤਰ੍ਹਾਂ ਹੈਲਪ ਨਹੀਂ ਕੀਤੀ? ਨਹੀਂ ਦੇਖੋ, ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਕਿ ਜਦੋਂ ਵੀ ਕੋਈ ਚੀਜ਼, ਔਰ ਖ਼ਾਸ ਤੌਰ 'ਤੇ ਕੋਵਿਡ, ਚਲੋ ਪਿਛਲੇ ਸਾਲ ਤਾਂ ਕੋਵਿਡ ਸਾਰੀ ਦੁਨੀਆ ਦੇ ਵਿੱਚ ਹੀ ਪਹਿਲੀ ਵਾਰੀ ਹਿੱਟ ਕੀਤਾ ਸੀਗਾ। ਬਹੁਤ ਸਾਰੀਆਂ ਦੇਸ਼ਾਂ ਦੀਆਂ ਸਰਕਾਰਾਂ ਸੀਗੀਆਂ ਜਿਹੜੀਆਂ ਦੇ ਵਰ ਟੇਕਨ ਬਾਏ ਸਰਪ੍ਰਾਈਜ਼, ਇੱਕਦਮ ਹੋਇਆ ਤੇ ਕਲੈਪਸ ਸੀ ਜਿਹੜਾ ਸਿਸਟਮ ਕੀਤਾ। ਪਰ ਸਵਾਲ ਇੱਥੇ ਵੱਡਾ ਇਹ ਖੜਾ ਹੁੰਦਾ ਹੈ ਕਿ ਅੱਜ 1 ਸਾਲ ਬਾਅਦ, 1.25 ਸਾਲ ਬਾਅਦ ਜਦੋਂ ਕੋਵਿਡ ਆਇਆ ਸੀਗਾ, ਤੇ ਉਸ ਤੋਂ ਬਾਅਦ
ਜੇ ਸਵਾ ਸਾਲ ਬਾਅਦ ਵੀ ਜੇ ਭਾਰਤ ਸਰਕਾਰ ਉਹਦੇ ਵਾਸਤੇ ਆਪਦੇ ਆਪ ਨੂੰ ਪ੍ਰਿਪੇਅਰ ਨਹੀਂ ਕਰ ਸਕੀ ਹੈਗੀ, ਨਹੀਂ ਤਿਆਰ ਕਰ ਸਕੀ ਹੈਗੀ ਕਿ ਇਸ ਮਹਾਮਾਰੀ ਦੇ ਨਾਲ ਕਿਵੇਂ ਨਜਿੱਠਣਾ, ਜਿਹੜਾ ਉਹਦਾ ਹੈਲਥ ਕੇਅਰ ਸਿਸਟਮ ਹੈ ਜੇ ਉਹਨੂੰ ਇੰਨਾ ਕੁ ਮਜ਼ਬੂਤ, ਇੰਨਾ ਕੁ ਰੋਬਸਟ ਨਹੀਂ ਕਰ ਸਕੀ ਹੈਗੀ, ਤੇ ਮੈਂ ਸਮਝਦਾ ਕਿ ਇਹ ਭਾਰਤ ਸਰਕਾਰ ਦਾ ਬਹੁਤ ਵੱਡਾ ਫੇਲੀਅਰ ਹੈ। ਹਾਂ, ਡੈਫੀਨੇਟਲੀ ਇਹ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਦਿੱਲੀ ਦੇ ਵਿੱਚ ਜਿਹੜਾ ਹੈਗਾ ਮਹਾਮਾਰੀ ਵੱਡੇ ਪੱਧਰ ਦੇ ਉੱਪਰ ਫੈਲੀ ਹੋ, ਪਰ ਉਹ ਇਕੱਲੇ ਦਿੱਲੀ ਤੱਕ ਸੀਮਿਤ ਨਹੀਂ ਹੈ ਜੀ। ਉਹ ਤੁਸੀਂ ਚਾਹੇ ਮਹਾਰਾਸ਼ਟਰ ਲਗਾ ਲਓ, ਤੁਸੀਂ ਸਾਊਥ ਲਗਾ ਲਓ, ਤੁਸੀਂ ਪੰਜਾਬ ਦੇ ਵਿੱਚ ਵੀ ਦਿਨ ਬਰ ਦਿਨ ਕੇਸਿਸ ਨੇ ਜਿਹੜੇ ਪਿਛਲੇ ਸਾਲ ਦੇ ਸਾਰੇ ਰਿਕਾਰਡ ਨੇ ਜਿਹੜੇ ਉਹ ਟੁੱਟ ਰਹੇ ਨੇ। ਪਰ ਦਿੱਲੀ ਦੇ ਵਿੱਚ ਉਹਦਾ ਇੰਪੈਕਟ ਆਪਾਂ ਨੂੰ ਇਸ ਕਰਕੇ ਜ਼ਿਆਦਾ ਹੈ ਇਸ ਸਮੇਂ ਕਿਉਂਕਿ ਦਿੱਲੀ ਇੱਕ ਮੈਟਰੋਪੋਲੀਟਨ ਸਿਟੀ ਹੈ। ਇਹ ਜਿਹੜੀ ਬਿਮਾਰੀ ਹੈ ਇਹਦੀ ਸਭ ਤੋਂ ਪਹਿਲੀ ਪ੍ਰੀਕਾਸ਼ਨ ਇਹੀ ਹੈ ਵੀ 6 ਫੁੱਟ ਦਾ ਡਿਸਟੈਂਸ ਰੱਖੋ। ਉੱਥੇ ਇੰਨੀ ਕੁ ਸੰਘਣੀ ਆਬਾਦੀ ਹੈ ਦਿੱਲੀ ਦੇ ਵਿੱਚ ਕਿ ਆਪਣੇ ਉੱਥੇ ਨੁਕਸਾਨ ਵੱਧ ਹੋਣਾ, ਪਿੰਡਾਂ ਦੇ ਵਿੱਚ ਜਿੱਥੇ ਲੋਕ ਖੁਲਵਾਰਿਆਂ ਦੇ ਵਿੱਚ ਰਹਿੰਦੇ ਨੇ ਉੱਥੇ ਨੁਕਸਾਨ ਘੱਟ ਹੋਣਾ। ਸੋ ਇਸ ਕਰਕੇ ਆਲ ਸੈਡ ਐਂਡ ਡਨ ਦਿੱਲੀ ਦੇ ਵਿੱਚ ਦਿੱਲੀ ਦੇ ਨਾਲ ਬਾਕੀ ਥਾਵਾਂ ਦੇ ਉੱਪਰ ਵੀ ਸਾਰਾ ਉਹਦਾ ਇੰਪੈਕਟ ਹੈਗਾ। ਪਰ ਜਿਸ ਤਰੀਕੇ ਦੀਆਂ ਹੁਣ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਜਿੰਨੀ ਆਕਸੀਜਨ ਦੀ ਰਿਕੁਆਇਰਮੈਂਟ ਹੈ ਦਿੱਲੀ ਦੇ ਵਿੱਚ ਕੋਈ ਆਕਸੀਜਨ ਪਲਾਂਟ ਨਹੀਂ ਹੈ, ਉਹ ਬਾਹਰਲੀਆਂ ਸਟੇਟਸ ਤੋਂ ਆਉਣਾ ਹੈ। ਅਤੇ ਉੱਥੇ ਜਿਵੇਂ ਹੁਣ ਅਰਵਿੰਦ ਜੀ ਨੇ ਵੀ ਪਿਛਲੇ ਜਦੋਂ ਪ੍ਰਧਾਨ ਮੰਤਰੀ ਨਾਲ ਵੀ ਮੀਟਿੰਗ ਹੋਈ ਹੈ ਕਿ ਜੇ ਬਾਹਰਲੀਆਂ ਸਟੇਟਾਂ, ਪਿਛਲੀਆਂ ਸਟੇਟਾਂ ਜਿਹੜੀਆਂ ਨੇਬਰਿੰਗ ਸਟੇਟਸ ਨੇ, ਜੇ ਉਹ ਆਕਸੀਜਨ ਦੀ ਸਪਲਾਈ ਨੂੰ ਹੀ ਰੋਕ ਲੈਣਗੀਆਂ ਤੇ ਫਿਰ ਸਿਸਟਮ ਤਾਂ ਕਲੈਪਸ ਕਰਨਾ ਹੀ ਕਰਨਾ। ਸੋ ਇਸ ਕਰਕੇ ਆਲ ਸੈਡ ਐਂਡ ਡਨ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਅਰਵਿੰਦ ਜੀ ਨੇ ਵੀ ਤੇ ਸਾਡੀ ਪਾਰਟੀ ਨੇ ਵੀ, ਸਾਡੀ ਸਰਕਾਰ ਨੇ ਵੀ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਨੂੰ ਇਹੀ ਬੇਨਤੀ ਕੀਤੀ ਹੈ ਕਿ ਇਸ ਸਮੇਂ ਕਰੋਨਾ ਨਾਲ ਜੇ ਲੜਾਈ ਲੜਨੀ ਆ ਉਹਨੂੰ ਦਿੱਲੀ, ਯੂਪੀ, ਪੰਜਾਬ, ਰਾਜਸਥਾਨ, MP ਦੇ ਵਿੱਚ ਵੰਡ ਕੇ ਜਾਂ ਕਾਂਗਰਸ, ਅਕਾਲੀ ਦਲ, BJP ਔਰ ਆਮ ਆਦਮੀ ਪਾਰਟੀ ਦੇ ਵਿੱਚ ਵੰਡ ਕੇ ਦੇਖਣ ਦੀ ਲੋੜ ਨਹੀਂ ਹੈਗੀ। ਇਹ ਇੱਕ ਹਿਊਮੈਨਿਟੇਰੀਅਨ ਕ੍ਰਾਈਸਿਸ ਹੈ ਤੇ ਇਹਨੂੰ ਹਿਊਮੈਨਿਟੇਰੀਅਨ ਤਰੀਕੇ ਨਾਲ ਹੀ ਜਿਹਨੂੰ ਆਪਾਂ ਐਡਰੈਸ ਕਰਾਂਗੇ ਤਾਂ ਇਹ ਤੋਂ ਜਿੱਤ ਪਾਵਾਂਗੇ। ਤੇ ਨਹੀਂ ਤਾਂ ਇਹਨੇ ਕੋਈ ਨਾ ਪਾਰਟੀਆਂ ਦੇਖਣੀਆਂ ਨਾ ਸਟੇਟਾਂ ਦੇਖਣੀਆਂ ਨੇ ਇਸ ਬਿਮਾਰੀ ਨੇ, ਨਾ ਕੋਈ ਧਰਮ, ਜਾਤ, ਮਜ਼ਹਬ ਦੇਖਣਾ। ਸੋ ਇਸ ਕਰਕੇ ਇਸ ਸਮੇਂ ਲੱਗਦਾ ਵੀ ਜਿਹੜੀ ਭਾਰਤ ਸਰਕਾਰ ਇਸ ਵੇਲੇ ਮੋਦੀ ਸਰਕਾਰ ਹੈਗੀ ਆ ਵੀ ਉਹ ਡਿਸਕ੍ਰਿਮੀਨੇਟ ਕਰਦੀ ਹੈਗੀ ਆ, ਵੀ ਜਿਵੇਂ ਆਮ ਕਰਕੇ ਇੱਕ ਦੋਸ਼ ਇਹ ਵੀ ਲੱਗਦਾ ਵੀ ਜਿਹੜਾ ਭਾਰਤ ਆਕਸੀਜਨ ਦਾ ਸਭ ਤੋਂ ਵੱਡਾ ਵਿਦੇਸ਼ਾਂ ਨੂੰ ਸਪਲਾਇਰ ਮੰਨਿਆ ਗਿਆ ਵੀ ਇਹਦੀ ਆਕਸੀਜਨ ਸਪਲਾਈ ਕਰਦੇ ਰਹੇ, ਅੱਜ ਉੱਥੇ ਹੀ ਬਹੁਤ ਵੱਡੀ ਘਾਟ ਮਹਿਸੂਸ ਹੋ ਰਹੀ ਹੈ, ਖਾਸ ਕਰਕੇ ਦਿੱਲੀ। ਇਹਦੇ ਵਿੱਚ ਤੁਸੀਂ ਮੰਨਦੇ ਹੋ ਵੀ ਕੋਈ ਡਿਸਕ੍ਰਿਮੀਨੇਸ਼ਨ ਵੀ ਹੋ ਰਹੀ ਹੈ? ਡਿਸਕ੍ਰਿਮੀਨੇਸ਼ਨ ਤੁਹਾਡੇ ਸਾਹਮਣੇ ਹੈ ਜਦੋਂ ਕਈ ਸਟੇਟਾਂ ਨੂੰ ਜਿਹਨੂੰ ਉਹਨਾਂ ਨੂੰ ਆਕਸੀਜਨ ਦੀ ਰਿਕੁਆਇਰਮੈਂਟ ਸੀਗੀ, ਜਿਹੜੀਆਂ BJP ਰੂਲ ਸਟੇਟ ਸੀਗੀਆਂ, ਉੱਥੇ ਉਹਨਾਂ ਨੂੰ ਪੂਰੀ, ਅਸੀਂ ਉਹਨਾਂ ਦੇ ਵਿਰੋਧ ਨਹੀਂ ਕਰਦੇ ਹੈਗੇ, ਦੇਣੀ ਚਾਹੀਦੀ ਹੈ, ਦੇਣੀ ਬਣਦੀ ਹੈ। ਕਈਆਂ ਨੂੰ ਉਹਨਾਂ ਦੇ ਕੋਟੇ ਤੋਂ ਵੀ ਵੱਧ ਦੇ ਦਿੱਤੀ ਗਈ ਅਤੇ ਦਿੱਲੀ ਦੇ ਵਿੱਚ ਜਿੰਨੀ ਡਿਮਾਂਡ ਕੀਤੀ ਗਈ, ਜਿੰਨੀ ਰਿਕੁਆਇਰਮੈਂਟ ਸੀਗੀ ਉਹ ਤੋਂ ਤਕਰੀਬਨ ਅੱਧ ਨਾਲੋਂ ਵੀ ਘੱਟ ਹੈ ਜਿਹੜੀ ਉਹ ਦਿੱਤੀ ਗਈ। ਹੁਣ ਆਕਸੀਜਨ ਤਾਂ ਆਕਸੀਜਨ ਦੇ ਨਾਲ ਹੀ ਕੰਮ ਚੱਲਣਾ ਹੈ, ਉਹ ਤੋਂ ਬਿਨਾਂ ਤਾਂ ਗੁਜ਼ਾਰਾ ਕੋਈ ਨਹੀਂ ਹੈਗਾ। ਸੋ ਇਸ ਕਰਕੇ ਇਹ ਚੀਜ਼ ਹੈ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਹੈਗੀ। ਔਰ ਜਿਵੇਂ ਜਿਸ ਤਰੀਕੇ ਦੇ ਨਾਲ ਹੁਣ ਸਰਕਾਰਾਂ ਜਿਹੜੀਆਂ ਹੁਣ ਤੁਸੀਂ ਆਕਸੀਜਨ ਦੀ ਗੱਲ ਕੀਤੀ, ਪਿਛਲੇ ਸਮੇਂ ਦੇ ਵਿੱਚ ਇਹ ਕਹਿ ਕੇ ਕਿ ਅਸੀਂ ਤਾਂ ਜੀ ਫਤਿਹ ਕਰ ਲਿਆ ਕਰੋਨਾ ਨੂੰ, ਆਕਸੀਜਨ ਐਕਸਪੋਰਟ ਕਰਤੀ ਬਾਹਰਲੇ ਮੁਲਕਾਂ ਨੂੰ, ਤਕਰੀਬਨ 7 ਕਰੋੜ ਦੇ ਕਰੀਬ ਵੈਕਸੀਨੇਸ਼ਨ ਹੈ ਜਿਹੜੀ ਉਹ ਐਕਸਪੋਰਟ ਕਰਤੀ। ਤੁਸੀਂ ਆਪਦੇ ਮੁਲਕ ਦੇ ਵਿੱਚ ਤਾਂ ਸਿਰਫ ਆਪਦੀ ਇੰਟਰਨੈਸ਼ਨਲ ਬ੍ਰਾਂਡ ਬਿਲਡਿੰਗ ਵਾਸਤੇ ਜੇ ਮੋਦੀ ਸਾਹਿਬ ਇਹ ਕਰਨਗੇ ਤੇ ਉਹ ਜਸਟੀਫਾਈਡ ਜਾਇਜ਼ ਤਾਂ ਨਹੀਂ ਨਾ ਹੈ ਜੀ। ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਤਾਂ ਆਪਦੇ ਲੋਕਾਂ ਨੂੰ ਬਚਾਓ, ਬਾਕੀ ਬਾਅਦ ਦੇ ਵਿੱਚ ਜਦੋਂ ਅਮਰੀਕਾ ਦੇ ਵਿੱਚ ਵੀ, ਅਮਰੀਕਾ ਵਰਲਡ ਪਾਵਰ ਹੈ, ਜਦੋਂ ਅਮਰੀਕਾ ਦੇ ਵਿੱਚ ਕ੍ਰਾਈਸਿਸ ਆਇਆ ਤਾਂ ਇੱਥੇ ਪਾਲਿਸੀ ਹੈ ਜਿਹੜੀ ਉਹ ਅਮਰੀਕਾ ਫਸਟ ਤੇ ਅਮਰੀਕਨ ਫਸਟ ਦੀ ਬਣ ਜਾਂਦੀ ਹੈ। ਤੇ ਉੱਥੇ ਮੋਦੀ ਸਾਹਿਬ ਆਪਦੀ ਇੰਟਰਨੈਸ਼ਨਲ ਬ੍ਰਾਂਡ ਬਿਲਡਿੰਗ ਦੇ ਲਈ ਆਪਦੇ ਲੋਕਾਂ ਨੂੰ, ਭਾਰਤੀਆਂ ਨੂੰ ਉੱਥੇ ਰਿਸਕ ਦੇ ਵਿੱਚ ਪਾ ਕੇ ਇਸ ਤਰੀਕੇ ਦਾ ਕੰਮ ਕਰਨਗੇ। ਤੇ ਮੈਂ ਸਮਝਦਾ ਕਿ ਉਹੀ ਹਾਲਾਤ ਨੇ ਜੋ ਅੱਜ ਬਣੇ ਹੋਏ ਨੇ। ਫਿਰ ਉਸ ਤੋਂ ਉੱਪਰੋਂ ਤੁਸੀਂ ਸਿਰਫ ਔਰ ਸਿਰਫ ਆਪਦੀ ਓਪੋਜੀਸ਼ਨ ਨੂੰ, ਪੋਲੀਟੀਕਲ ਓਪੋਜੀਸ਼ਨ ਨੂੰ ਖਤਮ ਕਰਨ ਦੇ ਲਈ ਜਾ ਕੇ ਉੱਥੇ ਹਜ਼ਾਰਾਂ ਬੰਦਿਆਂ ਦੀਆਂ ਰੈਲੀਆਂ ਕਰ ਰਹੇ ਹੋ ਇਲੈਕਸ਼ਨ ਬਾਉਂਡ ਸਟੇਟਸ ਦੇ ਵਿੱਚ, ਦੈਟ ਇਜ਼ ਨਾਟ ਜਸਟੀਫਾਈਡ ਜੀ ਐਟ ਆਲ। ਤੁਹਾਡੇ ਤੇ ਇੱਕ ਸਵਾਲ ਵੀ ਉੱਠ ਸਕਦਾ ਹੈ ਵੀ ਜਿਵੇਂ ਇਸ ਵੇਲੇ ਭਾਰਤ ਦੇ ਵਿੱਚ ਕਰੋਨਾ ਦੀ ਮਹਾਮਾਰੀ ਆਈ ਹੋਈ ਆ, ਇਹਦੇ ਵਿੱਚ ਪੰਜਾਬ ਵੀ ਸ਼ਾਮਲ ਹੈ, ਵੀ ਤੁਸੀਂ ਅਮਰੀਕਾ ਦੇ ਦੌਰੇ 'ਤੇ ਹੋ, ਵੀ ਇਹ ਤਾਂ ਨਹੀਂ ਹੈ ਵੀ ਤੁਸੀਂ ਕਰੋਨਾ ਤੋਂ ਡਰਦੇ ਹੋਏ ਇੱਥੇ ਪਹੁੰਚੇ? ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜੀ। ਜਦੋਂ ਮੈਂ ਆਇਆ ਇੱਥੇ, ਵੈਸੇ ਤਾਂ ਮੈਂ ਕੋਈ ਪੋਲੀਟੀਕਲ ਦੌਰੇ ਦੇ ਉੱਪਰ ਨਹੀਂ ਹੈਗਾ ਜੀ, ਮੇਰੇ ਇੱਕ ਪਰਿਵਾਰਕ ਦੌਰਾ ਇਹ, ਮੈਂ ਫੈਮਿਲੀ ਦੇ ਨਾਲ ਆਇਆ। ਔਰ ਜਦੋਂ ਮੈਂ ਆਇਆ ਉਸ ਸਮੇਂ ਤਾਂ ਕੋਵਿਡ ਹਜੇ ਸ਼ੁਰੂ ਵੀ ਨਹੀਂ ਹੋਇਆ ਸੀਗਾ। ਅਤੇ ਇਸ ਕਰਕੇ ਇਹ ਕੋਈ ਇਹੋ ਜਿਹੀ ਗੱਲ ਨਹੀਂ ਹੈ ਜੀ। ਇਹ ਤਾਂ
ਸਾਰਿਆਂ ਨੂੰ ਰਲ ਮਿਲ ਕੇ ਲੜਾਈ ਲੜਨ ਦੀ ਲੋੜ ਹੈ ਜੀ। ਇਹ ਤਾਂ ਹਾਂ, ਜੇ ਕਿਸੇ ਨੇ ਚੱਕਣਾ ਹੋਵੇ ਇਹਨਾਂ ਇਸ਼ੂ ਬਣਾਉਣਾ ਤਾਂ ਬਣਾਈ ਵੀ ਜਾਣ, ਮੇਰੇ ਸਿਰ ਤੇ ਅਸਰ ਕੋਈ ਨਹੀਂ ਹੈ। ਇੱਕ ਹੋਰ ਗੱਲ ਸੀ ਕਿ ਜਿਵੇਂ ਇਸ ਵੇਲੇ ਪੰਜਾਬ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਕਾਫੀ ਉੱਠਿਆ ਹੋਇਆ ਹੈਗਾ। ਈਵਨ ਕਿ ਜਿਹੜੇ ਕਾਂਗਰਸ ਦੇ ਮੰਤਰੀ ਨੇ ਉਹ ਵੀ ਖੁਸ਼ ਨਹੀਂ ਆ, ਉਹ ਵੀ ਨਾਰਾਜ਼ਗੀ ਮਹਿਸੂਸ ਕਰ ਰਹੇ ਆ, ਖਾਸ ਕਰਕੇ ਸਿੱਧੂ ਸਾਹਿਬ, ਸੁਖਜਿੰਦਰ ਰੰਧਾਵਾ, ਕਾਫੀ ਜਿਹਨਾਂ ਨੇ ਤਾਂ ਅਸਤੀਫੇ ਤੱਕ ਵੀ ਦੇਣ ਦੀ ਪੇਸ਼ਕਸ਼ ਕਰ ਚੁੱਕੇ ਆ। ਉਸ ਮਸਲੇ ਨੂੰ ਤੁਸੀਂ ਕਿਹਨੂੰ ਦੋਸ਼ੀ ਮੰਨਦੇ ਹੋ? ਦੇਖੋ ਜੀ, ਦੋਸ਼ੀ ਤਾਂ ਉਹੀ ਲੋਕ ਨੇ। ਨੰਬਰ 1 ਪਹਿਲਾਂ ਦੋਸ਼ੀ ਇਕੱਲੇ ਉਹ ਸੀਗੇ ਜਿਨ੍ਹਾਂ ਦੇ ਰਾਜ ਭਾਗ ਦੇ ਵਿੱਚ, ਜਿਨ੍ਹਾਂ ਦੇ ਇਸ਼ਾਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਗੁਰੂ ਗ੍ਰੰਥ ਸਾਹਿਬ ਦੇ ਅੰਗ ਨੇ ਜਿਹੜੇ ਉਹ ਸੜਕਾਂ ਦੇ ਔਰ ਰੂੜੀਆਂ ਦੇ ਉੱਪਰ ਰੋਲੇ ਗਏ। ਸਭ ਤੋਂ ਵੱਡੇ ਦੋਸ਼ੀ ਤਾਂ ਉਹ ਨੇ। ਨਾਲ ਹੀ ਉਹਨਾਂ ਨੇ ਆਪਦੇ ਪਾਪਾਂ ਨੂੰ ਢੱਕਣ ਦੇ ਮਾਰੇ ਵਿਦੋਸ਼ੀਆਂ ਦੇ ਉੱਪਰ ਗੋਲੀਆਂ ਚਲਵਾਈਆਂ। ਸਭ ਤੋਂ ਵੱਡੇ ਦੋਸ਼ੀ ਉਹ ਨੇ। ਪਰ ਉਹ ਅੱਜ ਨਹੀਂ, ਉਹ ਤਾਂ ਦੇਖੋ ਜੀ, ਜਿਹਦੀ ਸਰਕਾਰ ਹੋਊਗੀ ਜ਼ਿੰਮੇਵਾਰੀ ਤਾਂ ਉਸੇ ਦੀ ਹੀ ਬਣੂਗੀ। ਪੁਲਿਸ ਦਾ ਕੋਈ ਮੁਲਾਜ਼ਮ ਬਿਨਾਂ ਸਰਕਾਰੀ ਹੁਕਮਾਂ ਦੇ ਗੋਲੀ ਨਹੀਂ ਚਲਾ ਸਕਦਾ ਹੈਗਾ। ਹੁਣ ਉਹ ਸਰਕਾਰੀ ਹੁਕਮ ਹੈ ਜਿਹੜਾ ਉਹ ਮੁੱਖ ਮੰਤਰੀ ਤੋਂ ਆਇਆ, ਗ੍ਰਹਿ ਮੰਤਰੀ ਤੋਂ ਆਇਆ, DGP ਤੋਂ ਆਇਆ ਕਿ SSP ਤੋਂ ਆਇਆ। ਇਹ ਤਾਂ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਜਿਹੜਾ ਕਿ ਅਨਫੋਰਚੂਨੇਟਲੀ ਅੱਜ ਤਕਰੀਬਨ 6 ਸਾਲ ਪੂਰੇ ਹੋਣ ਵਾਲੇ ਨੇ ਤੇ ਹਜੇ ਤੱਕ ਜੇ ਉਹ ਇਨਵੈਸਟੀਗੇਸ਼ਨ ਵੀ ਤਣ ਪੱਤਣ ਨਹੀਂ ਲੱਗੀ ਹੈਗੀ। 2 ਤੁਹਾਡੇ ਜੁਡੀਸ਼ੀਅਲ ਕਮਿਸ਼ਨ ਬਣ ਚੁੱਕੇ, ਜਸਟਿਸ ਰਣਜੀਤ ਸਿੰਘ ਤੇ ਜਸਟਿਸ ਜ਼ੋਰਾ ਸਿੰਘ। ਤੁਹਾਡੀਆਂ 3-4 ਸਿਟ SITs ਬਣ ਚੁੱਕੀਆਂ, ਕਿੰਨੀਆਂ ਤੁਹਾਡੀਆਂ FIRs ਹੋ ਚੁੱਕੀਆਂ, ਪਰ ਪਤਨਾਲਾ ਉੱਥੇ ਦਾ ਉੱਥੇ ਹੈ। ਦੂਜੇ ਉਹਨਾਂ ਤੋਂ ਵੀ ਵੱਡੇ ਦੋਸ਼ੀ ਉਹ ਨੇ ਜਿਨ੍ਹਾਂ ਨੇ ਗੁਟਕਾ ਸਾਹਿਬ ਨੂੰ ਮੱਥੇ ਦੇ ਉੱਪਰ ਲਾ ਕੇ ਸਹੁੰ ਖਾਧੀ ਸੀਗੀ ਕਿ ਮੈਂ ਬੇਅਦਬੀ ਦੇ ਦੋਸ਼ੀਆਂ ਨੂੰ ਫੜ ਕੇ ਅੰਦਰ ਬੰਦ ਕਰ ਦੂੰਗਾ 4 ਹਫ਼ਤਿਆਂ ਦੇ ਵਿੱਚ। ਤੇ ਅੱਜ 4.5 ਸਾਲਾਂ ਬਾਅਦ ਜੇ ਉਹਨਾਂ ਨੇ ਡੱਕਾ ਨਹੀਂ ਤੋੜਿਆ ਹੈਗਾ ਸਿਰਫ ਔਰ ਸਿਰਫ ਇੱਕ ਫਿਕਸਡ ਮੈਚ ਦੇ ਤਹਿਤ, ਤੇ ਉਹ ਅੱਜ ਉਹਨਾਂ ਨਾਲੋਂ ਵੀ ਵੱਡੇ ਦੋਸ਼ੀ ਨੇ ਕੈਪਟਨ ਅਮਰਿੰਦਰ ਸਿੰਘ ਜੀ ਤੇ ਉਹਨਾਂ ਦੀ ਸਰਕਾਰ। ਮੈਂ ਸਮਝਦਾ ਹਾਂ ਕਿ ਜਿੰਨੀ ਵੱਡੀ ਬੇਅਦਬੀ ਉਦੋਂ ਪਿਛਲੀ ਸਰਕਾਰ ਵਾਲਿਆਂ ਨੇ ਆਪਦੇ ਫੇਲੀਅਰਸ ਤੋਂ ਬਚਣ ਦੇ ਮਾਰੇ 2017 ਦੀ ਚੋਣ ਦੇ ਵਿੱਚ ਆਪਦੀ ਰੈਲੇਵੈਂਸ ਬਣਾਈ ਰੱਖਣ ਦੇ ਲਈ ਜਿੰਨੀ ਵੱਡੀ ਬੇਅਦਬੀ ਉਹਨਾਂ ਨੇ ਕੀਤੀ ਸੀਗੀ, ਉਸ ਤੋਂ ਵੀ ਵੱਡੀ ਬੇਅਦਬੀ ਹੈ ਜਿਹੜੀ ਉਹ ਕੈਪਟਨ ਅਮਰਿੰਦਰ ਸਿੰਘ ਜੀ ਨੇ, ਜਦੋਂ ਸਿਰਫ ਤੁਸੀਂ ਸੱਤਾ ਹਾਸਲ ਕਰਨ ਦੇ ਲਈ ਜੇ ਤੁਸੀਂ ਗੁਟਕਾ ਸਾਹਿਬ ਨੂੰ, ਪਵਿੱਤਰ ਗੁਟਕਾ ਸਾਹਿਬ ਨੂੰ ਮੱਥੇ ਨਾਲ ਲਾ ਕੇ ਝੂਠੀਆਂ ਸਹੁੰ ਖਾਓਗੇ ਤੇ ਉਸ ਤੋਂ ਵੀ ਵੱਡੀ ਬੇਅਦਬੀ। ਸੋ ਇਸ ਸਾਰੇ ਮਸਲੇ ਦੇ ਦੋਸ਼ੀ ਤਾਂ ਇਹ ਦੋਏ ਪਰਿਵਾਰ ਨੇ, ਬਾਦਲ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ ਪਰਿਵਾਰ। ਅੱਛਾ, ਇਹ ਇੱਕ ਸਵਾਲ ਇਹ ਬਣਦਾ ਜੀ, ਜਿਵੇਂ ਅੱਜ ਕੱਲ੍ਹ ਸਿੱਧੂ, ਨਵਜੋਤ ਸਿੰਘ ਸਿੱਧੂ ਮਸਲਾ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਲੇ ਕਾਫੀ ਸ਼ਬਦਾਵਲੀ ਜੰਗ ਚੱਲਦੀ ਪਈ ਹੈ। ਉਹਦੇ ਵਿਚਾਲੇ ਉਹ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਵਿੱਚ ਆ ਕੇ ਕਿਹਾ ਵੀ ਮੈਨੂੰ ਪਤਾ ਵੀ ਇਹ ਅਰਵਿੰਦ ਕੇਜਰੀਵਾਲ ਦੇ ਨਾਲ 2-3 ਮੀਟਿੰਗਾਂ ਕਰ ਚੁੱਕੇ। ਕੀ ਮੰਨਿਆ ਜਾ ਸਕਦਾ, ਕਿਉਂਕਿ ਤੁਸੀਂ MLA ਹੋ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ, ਮੰਨਿਆ ਜਾ ਸਕਦਾ ਵੀ ਨਵਜੋਤ ਸਿੰਘ ਸਿੱਧੂ ਇਸ ਵੇਲੇ ਤੁਹਾਡੀ ਪਾਰਟੀ 'ਚ ਆ ਰਹੇ ਆ? ਨਹੀਂ, ਦੇਖੋ ਇਹਦੇ ਬਾਰੇ ਤੁਸੀਂ ਗਲਤ ਬੰਦੇ ਨੂੰ ਸਵਾਲ ਕਰ ਰਹੇ ਹੋ ਜੀ। ਮੈਂ ਤਾਂ ਪਾਰਟੀ ਦਾ, ਆਮ ਆਦਮੀ ਪਾਰਟੀ ਦਾ ਇੱਕ ਬਹੁਤ ਛੋਟਾ ਜਿਹਾ ਸਿਪਾਹੀ ਹਾਂ। ਇਹ ਜਿਹੜੇ ਜੇ ਇਸ ਲੈਵਲ ਦੀ ਕੋਈ ਵੀ ਡਿਵੈਲਪਮੈਂਟ ਹੁੰਦੀ ਹੈ ਤੇ ਉਹ ਅਰਵਿੰਦਿਆਂ ਦੇ ਲੈਵਲ ਦੇ ਉੱਪਰ ਹੋਣੀ ਹੈ, ਸਾਡੀ ਨੈਸ਼ਨਲ ਲੀਡਰਸ਼ਿਪ ਦੇ ਲੈਵਲ ਦੇ ਉੱਪਰ ਹੋਣੀ ਹੈ। ਪਰ ਹਜੇ ਤੱਕ ਨਾ ਅਰਵਿੰਦ ਜੀਆਂ ਦੇ ਮੂੰਹੋਂ ਇਸ ਬਾਰੇ ਕੋਈ ਗੱਲ ਆਈ ਹੈ ਤੇ ਨਾ ਹੀ ਨਵਜੋਤ ਸਿੰਘ ਸਿੱਧੂ ਜੀਆਂ ਦੇ ਮੂੰਹੋਂ ਇਸ ਬਾਰੇ ਕੋਈ ਗੱਲ ਆਈ ਹੈ। ਸੋ ਮੈਂ ਕਦੇ ਵੀ ਜਿਹੜੀ ਗੱਲ ਅੱਖੀਂ ਦੇਖੀ ਨਹੀਂ ਹੁੰਦੀ ਜਾਂ ਕੰਨੀ ਸੁਣੀ ਨਹੀਂ ਹੁੰਦੀ ਹੈਗੀ, ਮੈਂ ਉਹਦੇ ਉੱਪਰ ਕਦੇ ਕਮੈਂਟ ਨਹੀਂ ਕਰਦਾ ਹੈਗਾ, ਔਰ ਨਾ ਹੀ ਮੈਂ ਕਦੇ ਕੋਈ ਪ੍ਰੀਮੈਚੁਰ ਗੱਲ ਕਰਦਾ। ਹਾਂ, ਜਦੋਂ ਕੋਈ ਸਮਾਂ ਆਊਗਾ, ਸਹੀ ਸਮਾਂ ਆਊਗਾ, ਕੋਈ ਡਿਵੈਲਪਮੈਂਟ ਹੋਊਗੀ, ਉਦੋਂ ਮੀਡੀਆ ਦੇ ਜ਼ਰੀਏ ਲੋਕਾਂ ਦੇ ਸਾਹਮਣੇ ਉਹ ਗੱਲ ਜ਼ਰੂਰ ਰੱਖੀ ਜਾਏਗੀ। ਹਾਂਜੀ, ਜੇ ਨਵਜੋਤ ਸਿੰਘ ਸਿੱਧੂ ਤੁਹਾਡੀ ਪਾਰਟੀ ਜੁਆਇਨ ਕਰਦੇ ਆ, ਕੀ ਤੁਸੀਂ ਵੈਲਕਮ ਕਰੋਗੇ ਉਹਨਾਂ ਦਾ? ਦੇਖੋ ਜੀ, ਇਸ ਤਰ੍ਹਾਂ ਹੈ ਕਿ ਆਮ ਆਦਮੀ ਪਾਰਟੀ ਦਾ, ਅਰਵਿੰਦ ਕੇਜਰੀਵਾਲ ਜੀ ਦਾ, ਸਾਡੇ ਪੰਜਾਬ ਯੂਨਿਟ ਦਾ ਥਾਟ ਪ੍ਰੋਸੈਸ ਹੈ, ਜਿਹੜਾ ਸਟੈਂਡ ਹੈ ਉਹ ਬੜਾ ਕਲੀਅਰ ਰਿਹਾ ਹੈ ਕਿ ਅੱਜ ਪੰਜਾਬ ਨੂੰ ਜੇ ਬਚਾਉਣਾ ਤਾਂ ਸਾਰੇ ਚੰਗੇ ਲੋਕਾਂ ਨੂੰ, ਚੰਗੇ ਕਿਰਦਾਰ ਦੇ ਲੋਕਾਂ ਨੂੰ, ਇਮਾਨਦਾਰ ਲੋਕਾਂ ਨੂੰ ਇਕੱਠੇ ਹੋਣਾ ਪਊਗਾ। ਤੇ ਉਹਨਾਂ ਲੋਕਾਂ ਦੇ ਵਿੱਚ ਜਿਹੜੀ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਹੋਰ ਵੀ ਬਹੁਤ ਚੰਗੇ ਲੋਕ ਨੇ ਜਿਹੜੇ ਅੱਜ ਪੰਜਾਬ ਦੇ ਵਿੱਚ ਆਪਾਂ ਦੇਖ ਸਕਦੇ ਹਾਂ। ਸੋ ਇਸ ਕਰਕੇ ਜੇ ਅਜਿਹੀ ਕੋਈ ਡਿਵੈਲਪਮੈਂਟ ਹੁੰਦੀ ਹੈ ਤੇ ਉਹਦਾ ਮੈਂ ਸਮਝਦਾ ਕਿ ਪੰਜਾਬ ਦੇ ਪ੍ਰਤੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਸਾਰੇ ਚੰਗੇ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ। ਜਿਸ ਤਰੀਕੇ ਦਾ ਮਾਹੌਲ ਹੈ ਜਿਹੜਾ ਉਹ ਪਿਛਲੇ ਚਾਹੇ 10 ਸਾਲਾਂ ਦੇ ਵਿੱਚ ਅਕਾਲੀ ਔਰ BJP ਨੇ ਕੀਤਾ, ਫਿਰ ਹੁਣ 4 ਸਾਲਾਂ ਦੇ ਵਿੱਚ ਕੈਪਟਨ ਸਾਹਿਬ ਨੇ ਜੋ ਹਾਲ ਪੰਜਾਬ ਦਾ ਕੀਤਾ ਹੈ, ਚੰਗੇ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ। ਅੱਜ ਪੰਜਾਬ ਨੂੰ ਬਾਰੇ ਸੋਚਣਾ ਚਾਹੀਦਾ ਹੈ, ਆਪਦੇ ਇੰਡੀਵਿਜੂਅਲ ਇੰਟਰਸਟ ਨੇ ਜਿਹੜੇ ਉਹਨਾਂ ਨੂੰ ਪਿੱਛੇ ਛੱਡ ਕੇ ਪੰਜਾਬ ਬਾਰੇ ਸੋਚਣਾ ਚਾਹੀਦਾ ਹੈ। ਪਹਿਲੇ ਇੱਕ ਲਾਸਟ ਸਵਾਲ ਹੈ, ਪਹਿਲੇ ਅਕਾਲੀਆਂ ਨੇ, ਫਿਰ ਕਾਂਗਰਸ ਨੇ, ਜੇ ਮੰਨ ਲਓ
ਫਿਊਚਰ ਵਿੱਚ ਤੁਹਾਡੀ ਸਰਕਾਰ ਆਉਂਦੀ ਹੈ, ਕੀ ਤੁਸੀਂ ਅੱਜ ਮੀਡੀਆ ਦੇ ਸਾਹਮਣੇ ਪ੍ਰੋਮਿਸ ਕਰਦੇ ਹੋ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ ਦਾ ਜਿਹੜਾ ਪੂਰਨ ਰੂਪ ਦੇ ਵਿੱਚ ਹੱਲ ਕੀਤਾ ਜਾਵੇਗਾ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦਵਾਈ ਜਾਵੇਗੀ? ਦੇਖੋ ਜੀ 100% ਇਹਦੇ ਵਿੱਚ ਦੋ ਰਾਏ ਹੀ ਕੋਈ ਨਹੀਂ ਹੈ ਕਿ ਇਕੱਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਤਾਂ ਮੈਂ ਸਮਝਦਾ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅੰਦਰ ਪਹੁੰਚਾਉਣਾ, ਉਹਨਾਂ ਨੂੰ ਸਜ਼ਾਵਾਂ ਦੇਣੀਆਂ, ਇਹ ਕਿਸੇ ਵੀ ਸਰਕਾਰ ਦਾ, ਕਿਸੇ ਵੀ ਪੋਲੀਟੀਕਲ ਪਾਰਟੀ ਦਾ ਪ੍ਰਾਇਮਰੀਲੀ ਇਹ ਜ਼ਿੰਮੇਵਾਰੀ ਬਣਦੀ ਹੈ। ਇਹਦੇ ਨਾਲ ਪੰਜਾਬ ਦੀ ਜਵਾਨੀ ਨੂੰ ਜਿਨ੍ਹਾਂ ਨੇ ਸਿਵਿਆਂ ਤੱਕ ਪਹੁੰਚਾਇਆ ਚਿੱਟਿਆਂ ਦੇ ਜ਼ਰੀਏ ਤੇ ਨਕਲੀਆਂ ਸ਼ਰਾਬਾਂ ਦੇ ਜ਼ਰੀਏ, ਮਾਫੀਆ ਦੇ ਜ਼ਰੀਏ, ਜਿਹੜੇ ਰੇਤ ਮਾਫੀਆ ਦੇ ਜ਼ਰੀਏ ਪੰਜਾਬ ਦੇ ਦਰਿਆਵਾਂ ਦੇ ਨਾਲ ਬਲਾਤਕਾਰ ਸਿਰਫ ਔਰ ਸਿਰਫ ਆਪਦੀ ਪੈਸੇ ਦੀ ਹਵਸ ਕਰਕੇ ਜਿਹਨਾਂ ਮਾਫੀਆਜ਼ ਨੇ ਕੀਤਾ ਹੈ, ਇਹ ਸਾਰੇ ਦੇ ਸਾਰੇ ਜਿਹੜੇ ਜਿਨ੍ਹਾਂ ਨੇ ਪੰਜਾਬ ਨੂੰ ਕਿਸੇ ਵੀ ਰੂਪ ਦੇ ਵਿੱਚ ਲੁੱਟਿਆ, ਉਹਨਾਂ ਦੇ ਨਾਲ ਉਹਨਾਂ ਨੂੰ ਜਿਹੜਾ ਕਾਨੂੰਨ ਦੇ ਮੁਤਾਬਕ ਸਜ਼ਾਵਾਂ ਜਿਹੜੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ, ਹੁਣ ਤੱਕ ਦਿੱਤੀਆਂ ਜਾਣੀਆਂ ਜਾ ਚੁੱਕੀਆਂ ਹੁੰਦੀਆਂ, ਪਰ ਜਦੋਂ ਫਿਕਸਡ ਮੈਚ ਹੋਵੇ ਤਾਂ ਫਿਰ ਇਹ ਕੁਛ ਹੁੰਦਾ। ਹਾਂ, ਆਮ ਆਦਮੀ ਪਾਰਟੀ ਇਸ ਗੱਲ ਦੇ ਲਈ ਕਮਿਟਡ ਹੈ ਕਿ ਜਦੋਂ ਸਰਕਾਰ ਆਉਂਦੀ ਹੈ ਪਹਿਲ ਦੇ ਆਧਾਰ ਦੇ ਉੱਪਰ ਇਹ ਬੇਅਦਬੀ ਦੇ ਦੋਸ਼ੀ ਨੇ ਜਿਹੜੇ ਉਹਨਾਂ ਨੂੰ, ਨਸ਼ਿਆਂ ਦੇ ਦੋਸ਼ੀ ਨੇ ਜਿਹੜੇ ਉਹਨਾਂ ਨੂੰ, ਇਹਨਾਂ ਸਾਰਿਆਂ ਨੂੰ ਜਿਹੜੀਆਂ ਐਜ਼ ਪਰ ਲਾਅ ਇਹਨਾਂ ਨੂੰ ਸਜ਼ਾਵਾਂ ਨੇ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ। ਅਤੇ ਪੰਜਾਬ ਦੇ ਲੋਕਾਂ ਦੇ ਜਿਹੜੇ ਜ਼ਖਮ ਅੱਜ 6 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਅੱਲੇ ਹੋਏ ਪਏ ਨੇ, ਹਰੇਕ 2-4 ਮਹੀਨਿਆਂ ਬਾਅਦ ਅਜਿਹੀ ਕੋਈ ਡਿਵੈਲਪਮੈਂਟ ਹੁੰਦੀ ਹੈ, ਔਰ ਖ਼ਾਸ ਤੌਰ 'ਤੇ ਵੋਟਾਂ ਦੇ ਨੇੜੇ ਜਾ ਕੇ, ਕਿ ਜ਼ਖਮ ਨੇ ਜਿਹੜੇ ਉਹ ਕੁਰੇਦ ਦਿੱਤੇ ਜਾਂਦੇ ਨੇ ਅਤੇ ਲੋਕਾਂ ਦਾ ਧਿਆਨ ਸਿਰਫ ਔਰ ਸਿਰਫ ਉਸ ਪਾਸੇ ਵੱਲ ਲਾਇਆ ਜਾਂਦਾ ਹੈ, ਅਤੇ ਤਾਂ ਕਿ ਬਾਕੀ ਜਿਹੜੇ ਫੇਲੀਅਰਸ ਨੇ ਸਰਕਾਰਾਂ ਦੇ ਉਹਨਾਂ ਤੋਂ ਧਿਆਨ ਹਟਾਇਆ ਜਾ ਸਕੇ। ਇਹ ਦਿਸ ਇਜ਼ ਆਲ ਅਬਸਰਡ, ਇਹ ਨਹੀਂ ਹੋਣਾ ਚਾਹੀਦਾ ਹੈਗਾ। ਪੰਜਾਬ ਇੱਕ ਅਜਿਹਾ ਸੂਬਾ ਜਿੱਥੇ ਹੁਣ ਜੇ ਤੁਹਾਡੇ ਵਰਗੇ ਲੋਕ, ਤੁਹਾਡੇ ਵਰਗੇ ਸਾਥੀ ਪੰਜਾਬ ਦੇ ਵਿੱਚੋਂ ਉੱਥੋਂ ਉੱਠ ਕੇ ਇੱਥੇ ਲੱਖਾਂ ਪਰਿਵਾਰ ਇਹੋ ਜਿਹੇ ਨੇ ਜਿਹੜੇ ਤਰੱਕੀਆਂ ਪੰਜਾਬੀਆਂ ਨੇ ਹਰੇਕ ਥਾਂ ਦੇ ਉੱਪਰ ਉਹਦੇ ਝੰਡੇ ਬੁਲੰਦ ਕੀਤੇ ਨੇ, ਪਰ ਪੰਜਾਬ ਦੇ ਵਿੱਚ ਅਸੀਂ ਫੇਲ ਹਾਂ। ਕਿਉਂ? ਕਿਉਂਕਿ ਸਰਕਾਰਾਂ ਨੇ ਜਿਹੜਾ ਸਿਸਟਮ ਐਟਮੋਸਫੇਅਰ ਦੇਣਾ ਸੀਗਾ ਉਹ ਦੇਣ ਦੇ ਵਿੱਚ ਬੜੀ ਬੁਰੀ ਤਰ੍ਹਾਂ ਫੇਲ ਹੋਏ ਨੇ। ਤੁਹਾਡਾ ਬਹੁਤ ਧੰਨਵਾਦ ਜੀ ਪੰਜਾਬੀ ਲੋਕ ਚੈਨਲ ਦਾ। ਮਿਹਰਬਾਨੀ ਭਾਜੀ, ਥੈਂਕ ਯੂ ਸੋ ਮਚ। ਥੈਂਕ ਯੂ।